सत श्री अकाल साਰਿਆਂ ਨੂੰ। मैं ਤੁਹਾਡਾ ਆਪਣਾ ਸੀਏ ਮਹੇਸ਼ ਗਰਗ ਤੇ ਮੈਂ ਤੁਹਾਡਾ ਸਵਾਗਤ ਕਰਦਾ ਮੇਰੇ YouTube ਚੈਨਲ ਰੈਗੂਲਰ ਲੀਗਲ ਅਪਡੇਟਸ ਦੇ ਵਿੱਚ। ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਰੋਨਾ ਵਾਇਰਸ ਦੇ ਕਾਰਨ ਜੀਐਸਟੀ ਰਿਟਰਨਾਂ ਭਰਨ ਦੇ ਵਿੱਚ ਗਵਰਨਮੈਂਟ ਨੇ ਕੀ ਰਿਲੈਕਸੇਸ਼ਨ ਦਿੱਤੀਆਂ ਹਨ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ। तो मित्रों, जिवें तुसीं सारे जानते ही होवोगे कि जो भी नॉर्मल टैक्स पेयर होंदे हन उन्हां नूं दो तरीके दी रिटर्नां जीएसटी दे विच फाइल करनियां होंदियां हन। एक हुंदी है जीएसटीआर 3B ते एक हुंदी है जीएसटीआर 1। जीएसटीआर 3B चाहे कोई बड़ा व्यापारी है चाहे छोटा व्यापारी है, उन्हें हर महीने फाइल करनी होंदी है, जबकि जीएसटीआर 1 छोटा व्यापारी क्वार्टरली बेसिस ते 3 महीने बाद भी फाइल कर सकता है, जबकि जो बड़ा व्यापारी है उन्होंने जीएसटीआर 1 मंथली बेसिस ते ही फाइल करनी होंदी है। ਤਾਂ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਜੋ ਆਪਣੀ ਡਿਸਕਸ਼ਨ ਹੈ ਉਹ ਸ਼ੁਰੂ ਕਰਦੇ ਹਾਂ ਵੱਡੇ ਵਪਾਰੀਆਂ ਤੋਂ, ਉਹਨਾਂ ਵਪਾਰੀਆਂ ਤੋਂ ਜਿਨ੍ਹਾਂ ਦੀ ਟਰਨਓਵਰ ਪਿਛਲੇ ਸਾਲ ਦੇ ਵਿੱਚ 5 ਕਰੋੜ ਤੋਂ ਜ਼ਿਆਦਾ ਹੈ। ਜਿਨ੍ਹਾਂ ਵਪਾਰੀਆਂ ਦੀ ਟਰਨਓਵਰ 5 ਕਰੋੜ ਤੋਂ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਜੀਐਸਟੀਆਰ 3B ਅਗਲੇ ਮਹੀਨੇ ਦੀ 20 ਤਰੀਕ ਤੱਕ ਫਾਈਲ ਕਰਨਾ ਜ਼ਰੂਰੀ ਹੁੰਦਾ ਹੈ। ਅਗਰ ਉਹ ਨਹੀਂ ਕਰਦੇ ਤਾਂ ਉਹਨਾਂ ਨੂੰ 50 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਲੇਟ ਫੀਸ ਭਰਨੀ ਪੈਂਦੀ ਹੈ। ਗਵਰਨਮੈਂਟ ਨੇ ਕਰੋਨਾ ਵਾਇਰਸ ਦੇ ਕਾਰਨ ਡਿਊ ਡੇਟ ਦੇ ਵਿੱਚ ਫਰਵਰੀ, ਮਾਰਚ ਤੇ ਅਪ੍ਰੈਲ ਮਹੀਨੇ ਦੀ ਡਿਊ ਡੇਟ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਹੈ। ਹਾਲਾਂਕਿ ਉਹਨਾਂ ਨੇ ਲੇਟ ਫੀਸ ਵੇਵ ਕਰ ਦਿੱਤੀ ਹੈ, ਲੇਟ ਫੀਸ ਮਾਫ ਕਰ ਦਿੱਤੀ ਹੈ ਅਗਰ ਤੁਸੀਂ ਇਹਨਾਂ 3 ਮਹੀਨੇ ਦੀ ਜੀਐਸਟੀ ਰਿਟਰਨਾਂ ਜੀਐਸਟੀਆਰ 3B 24 ਜੂਨ ਤੱਕ ਭਰ ਦਿੰਦੇ ਹੋ। ਅਗਰ ਤੁਸੀਂ ਜੀਐਸਟੀਆਰ 3B 24 ਜੂਨ ਤੱਕ ਫਾਈਲ ਨਹੀਂ ਕਰੋਗੇ ਤਾਂ ਜੋ ਲੇਟ ਫੀਸ ਲੱਗੇਗੀ ਤੁਹਾਨੂੰ 25 ਜੂਨ ਤੋਂ ਨਹੀਂ, ਫਰਵਰੀ ਦੀ 21 ਮਾਰਚ ਤੋਂ, ਮਾਰਚ ਦੀ 21 ਅਪ੍ਰੈਲ ਤੋਂ ਤੇ ਅਪ੍ਰੈਲ ਦੀ 21 ਮਈ ਤੋਂ ਲੈ ਕੇ ਜਦੋਂ ਤੱਕ ਤੁਸੀਂ ਜੀਐਸਟੀ ਰਿਟਰਨ ਦੀ ਫਾਈਲ ਨਹੀਂ ਕਰੋਗੇ ਉਦੋਂ ਤੱਕ ਦੀ ਲੱਗੇਗੀ। ਮਈ 2020 ਦੀ ਜੀਐਸਟੀ ਰਿਟਰਨ ਦੀ ਡਿਊ ਡੇਟ ਗਵਰਨਮੈਂਟ ਨੇ 20 ਜੂਨ ਤੋਂ ਵਧਾ ਕੇ 27 ਜੂਨ ਕਰ ਦਿੱਤੀ ਹੈ। इस महीने की अगर जीएसटीआर 3B 28 जून को फाइल की जाऊगी तो सिर्फ एक दिन की ही लेट फीस लगेगी, ना कि 8 दिनों की, क्योंकि ड्यू डेट एक्सटेंड हुई है, ना कि सिर्फ लेट फीस माफ की गई है। जून महीने तो लैके अगस्त 2020 तक बड़े टैक्स पेयर बारे, बड़े व्यापारी बारे गवर्नमेंट ने कोई ड्यू डेट नहीं बताई है। जून की रिटर्न 20 जुलाई तक ही भरनी पवेगी, जुलाई की 20 अगस्त तक ही भरनी पवेगी तो अगस्त की 20 सितंबर तक ही भरनी पवेगी। ਇਸ ਤੋਂ ਬਾਅਦ ਆਪਾਂ ਛੋਟੇ ਵਪਾਰੀਆਂ ਦੀ ਡਿਸਕਸ਼ਨ ਕਰਦੇ ਹਾਂ, ਉਹਨਾਂ ਵਪਾਰੀਆਂ ਦੀ ਜਿਨ੍ਹਾਂ ਦੀ ਟਰਨਓਵਰ ਯਾਨੀ ਕਿ ਸੇਲ ਪਿਛਲੇ ਸਾਲ ਦੇ ਵਿੱਚ 5 ਕਰੋੜ ਤੱਕ ਦੀ ਸੀ। ਇੱਕ ਗੱਲ ਇਸ ਦੇ ਵਿੱਚ ਤੁਹਾਨੂੰ ਹੋਰ ਧਿਆਨ 'ਚ ਰੱਖਣ ਯੋਗ ਹੋਏਗੀ, ਜਦੋਂ ਤੁਸੀਂ ਫਰਵਰੀ 2020 ਤੇ ਮਾਰਚ 2020 ਦੀ ਜੀਐਸਟੀ 3B ਫਾਈਲ ਕਰੋਗੇ ਤਾਂ ਤੁਹਾਨੂੰ ਜੋ 5 ਕਰੋੜ ਦੀ ਲਿਮਿਟ ਹੈ ਉਹ 1 ਅਪ੍ਰੈਲ 18 ਤੋਂ 31 ਮਾਰਚ 19 ਤੱਕ ਦੀ ਚੈੱਕ ਕਰਨੀ ਹੈ, ਜਦਕਿ ਜਦੋਂ ਅਪ੍ਰੈਲ ਮਹੀਨੇ ਤੋਂ ਬਾਅਦ ਦੀਆਂ ਜੀਐਸਟੀ ਰਿਟਰਨਾਂ ਫਾਈਲ ਕੀਤੀਆਂ ਜਾਣਗੀਆਂ ਤਾਂ 5 ਕਰੋੜ ਦੀ ਲਿਮਿਟ 1 ਅਪ੍ਰੈਲ 19 ਤੋਂ ਲੈ ਕੇ 31 ਮਾਰਚ 20 ਤੱਕ ਦੀ ਪੀਰੀਅਡ ਦੇ ਵਿੱਚ ਚੈੱਕ ਕੀਤੀ ਜਾਏਗੀ। ਮੰਨ ਲਓ ਕਿ ਮੈਂ ਇੱਕ ਵਪਾਰੀ ਹਾਂ ਤੇ ਮੇਰੀ 31 ਮਾਰਚ 2019 ਤੱਕ ਦੀ ਸੇਲ 4 ਕਰੋੜ 80 ਲੱਖ ਰੁਪਏ ਦੀ ਸੀ, ਤਾਂ ਜੋ ਮੈਂ ਫਰਵਰੀ 2020 ਮਾਰਚ 2020 ਦੀ ਰਿਟਰਨਾਂ ਵਾਲੇ ਛੋਟਾ ਵਪਾਰੀ ਮੰਨਿਆ ਜਾਵਾਂਗਾ, ਯਾਨੀ ਕਿ ਜੋ ਬਿਨਾਂ ਲੇਟ ਫੀਸ ਤੋਂ ਆਪਣੀ ਜੀਐਸਟੀ ਰਿਟਰਨ ਹੈ ਉਹ 30 ਜੂਨ ਤੱਕ ਭਰ ਸਕਾਂਗਾ ਤੇ ਮਾਰਚ ਮਹੀਨੇ ਦੀ 3 ਜੁਲਾਈ ਜਾਂ 5 ਜੁਲਾਈ ਤੱਕ ਆਪਣੀ ਜੀਐਸਟੀਆਰ 3B ਭਰ ਸਕਾਂਗਾ ਤੇ ਮੇਰੇ ਤੇ ਕੋਈ ਲੇਟ ਫੀਸ ਨਹੀਂ ਲੱਗੂਗੀ। ਜਦਕਿ ਜੇ ਮੇਰੀ 1 ਅਪ੍ਰੈਲ 2019 ਤੋਂ ਲੈ ਕੇ ਮਾਰਚ 2020 ਤੱਕ ਜੋ ਸੇਲ ਸੀ ਉਹ 6 ਕਰੋੜ ਦੀ ਹੋ ਜਾਂਦੀ ਹੈ ਤਾਂ ਮੈਂ ਛੋਟੇ ਵਪਾਰੀ ਤੋਂ ਨਿਕਲ ਕੇ ਵੱਡੇ ਵਪਾਰੀ ਦੀ ਕੈਟੇਗਰੀ ਦੇ ਵਿੱਚ ਆ ਜਾਵਾਂਗਾ ਤੇ ਮੈਨੂੰ ਅਪ੍ਰੈਲ 2020 ਦੀ ਜੋ ਜੀਐਸਟੀਆਰ 3B ਸੀ 24 ਜੂਨ ਤੱਕ ਭਰਨੀ ਚਾਹੀਦੀ ਸੀ, ਤੇ ਜੇ ਮੈਂ 24 ਜੂਨ ਤੱਕ ਨਹੀਂ ਭਰਾਂਗਾ ਤਾਂ ਮੇਰੇ ਤੇ ਜੋ ਲੇਟ ਫੀਸ ਹੈ ਉਹ 21 ਮਈ ਤੋਂ ਲੈ ਕੇ ਹੁਣ ਤੱਕ ਦੀ ਲਗਾਈ ਜਾਵੇਗੀ। ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਵੋਗੇ। ਹੁਣ ਗੱਲ ਕਰਦੇ ਹਾਂ ਛੋਟੇ ਵਪਾਰੀ ਦੀ। ਛੋਟਾ ਵਪਾਰੀ ਦੀ ਵੀ ਡਿਊ ਡੇਟ ਜੋ ਹੈ ਉਸ ਨੂੰ ਨਹੀਂ ਵਧਾਇਆ ਗਿਆ ਹੈ। ਛੋਟੇ ਵਪਾਰੀ ਨੂੰ ਅਗਰ ਉਹ ਗਰੁੱਪ A ਸਟੇਟਸ ਦੇ ਵਿੱਚ ਆਉਂਦਾ ਹੈ ਤਾਂ ਆਪਣੀ ਜੀਐਸਟੀਆਰ 3B ਅਗਲੇ ਮਹੀਨੇ ਦੀ 22 ਤਰੀਕ ਤੱਕ ਭਰਨੀ ਹੁੰਦੀ ਹੈ। ਜੇ ਉਹ ਗਰੁੱਪ B ਸਟੇਟਸ ਦੇ ਵਿੱਚ ਆਉਂਦਾ ਹੈ ਤਾਂ 24 ਤਰੀਕ ਤੱਕ ਭਰਨੀ ਹੁੰਦੀ ਹੈ। ਛੋਟੇ ਵਪਾਰੀਆਂ ਦੀ ਡਿਊ ਡੇਟ ਸਿਰਫ ਅਗਸਤ 2020 ਮਹੀਨੇ ਦੀ ਵਧਾਈ ਗਈ ਹੈ, ਜੋ 22 ਸਤੰਬਰ ਤੋਂ ਵਧਾ ਕੇ 1 ਅਕਤੂਬਰ ਕਰ ਦਿੱਤੀ ਗਈ ਹੈ ਉਹਨਾਂ ਵਪਾਰੀਆਂ ਲਈ ਜੋ ਗਰੁੱਪ A ਸਟੇਟਸ ਦੇ ਵਿੱਚ ਰਜਿਸਟਰਡ ਹਨ, ਤੇ 24/9 ਤੋਂ ਵਧਾ ਕੇ 3 ਅਕਤੂਬਰ ਉਹਨਾਂ ਵਪਾਰੀਆਂ ਲਈ ਕਰ ਦਿੱਤੀ ਗਈ ਹੈ ਜੋ ਗਰੁੱਪ B ਸਟੇਟਸ ਦੇ ਵਿੱਚ ਰਜਿਸਟਰਡ ਹਨ। ਇਸ ਤੋਂ ਇਲਾਵਾ ਫਰਵਰੀ 2020 ਤੋਂ ਲੈ ਕੇ ਜੁਲਾਈ 2020 ਤੱਕ ਜੀਐਸਟੀਆਰ 3B ਦੀ ਡੇਟ ਨਹੀਂ ਵਧਾਈ ਗਈ ਹੈ। ਹਾਲਾਂਕਿ ਜੇ ਤੁਸੀਂ ਇਹਨਾਂ ਡੇਟਾਂ ਤੱਕ ਜੀਐਸਟੀਆਰ 3B ਫਾਈਲ ਕਰ ਦੋਗੇ ਤਾਂ ਤੁਹਾਡੇ ਤੋਂ ਕੋਈ ਵੀ ਲੇਟ ਫੀਸ ਚਾਰਜ ਨਹੀਂ ਕੀਤੀ ਜਾਊਗੀ। ਫਰਵਰੀ 2020 ਦੀ ਡਿਊ ਡੇਟ ਸੇਮ ਰੱਖੀ ਗਈ ਹੈ, ਪਰ ਚਾਹੇ ਤੁਸੀਂ ਗਰੁੱਪ A ਸਟੇਟ ਦੇ ਵਿੱਚੋਂ ਚਾਹੇ ਗਰੁੱਪ B ਦੇ ਵਿੱਚੋਂ ਤੁਸੀਂ 30 ਜੂਨ ਤੱਕ ਤੁਹਾਨੂੰ ਜੀਐਸਟੀਆਰ 3B ਫਾਈਲ ਕਰਨੀ ਹੀ ਪਵੇਗੀ। ਜੇ ਤੁਸੀਂ 30/6 ਦੀ ਨਾ ਭਰ ਕੇ 1 ਜੁਲਾਈ ਨੂੰ ਭਰੋਗੇ ਤਾਂ ਗਰੁੱਪ A ਦੇ ਵਿੱਚ ਤੁਹਾਨੂੰ 23 ਮਾਰਚ ਤੋਂ ਲੇਟ ਫੀਸ ਲੱਗੇਗੀ ਤੇ ਗਰੁੱਪ B ਦੇ ਵਿੱਚ 25 ਮਾਰਚ ਤੋਂ ਲੈ ਕੇ ਜਦੋਂ ਤੱਕ ਤੁਸੀਂ 3B ਨਹੀਂ ਫਾਈਲ ਕਰੋਗੇ ਉਦੋਂ ਤੱਕ ਤੁਹਾਨੂੰ ਜੀਐਸਟੀ ਦੀ ਲੇਟ ਫੀਸ ਲੱਗ ਜਾਵੇਗੀ। ਸਿਮਿਲਰਲੀ ਜੇ ਮਾਰਚ 2020 ਦੀ ਤੁਸੀਂ ਜੀਐਸਟੀਆਰ 3B 3 ਜੁਲਾਈ ਤੱਕ ਨਹੀਂ ਭਰੋਗੇ ਤਾਂ ਤੁਹਾਨੂੰ ਡੇਟ ਫੀਸ ਜੋ ਹੈ ਉਹ 23 ਅਪ੍ਰੈਲ ਤੋਂ ਲੱਗੂਗੀ ਜੇ ਤੁਸੀਂ ਗਰੁੱਪ A ਸਟੇਟ ਦੇ ਵਿੱਚੋਂ, ਤੇ ਜੇ ਗਰੁੱਪ B ਸਟੇਟ ਦੇ ਵਿੱਚ 5 ਜੁਲਾਈ ਤੱਕ ਨਹੀਂ ਫਾਈਲ ਕਰੋਗੇ
ਤਾਂ ਮਾਰਚ 2020 ਦੀ ਡਿਊ ਫੇਸ 25 ਅਪ੍ਰੈਲ ਤੋਂ ਲੈ ਕੇ ਜਦੋਂ ਤੱਕ ਤੁਸੀਂ GST ਵੀ ਫਾਈਲ ਨਹੀਂ ਕਰਦੇ ਉਹ ਤੱਕ ਦੀ ਲੱਗੇਗੀ। ਅਪ੍ਰੈਲ 2020 ਦੀ ਰਿਟਰਨ ਦੀ ਡੇਟ ਨਹੀਂ ਵਧੀ ਹੈ, ਪਰ ਤੁਸੀਂ ਇਹਨਾਂ ਡੇਟਾਂ ਤੱਕ ਫਾਈਲ ਕਰ ਸਕਦੇ ਹੋ। ਅਪ੍ਰੈਲ ਦੀ 6 ਜੁਲਾਈ ਤੱਕ ਗਰੁੱਪ ਏ ਦੇ ਵਿੱਚ, ਮਈ ਦੀ 12 ਸਤੰਬਰ ਤੱਕ ਗਰੁੱਪ ਏ ਦੇ ਵਿੱਚ, ਜੂਨ ਦੀ 23 ਸਤੰਬਰ ਦੀ ਗਰੁੱਪ ਏ ਦੇ ਵਿੱਚ, ਜੁਲਾਈ ਦੀ 27 ਸਤੰਬਰ ਦੇ ਵਿੱਚ ਗਰੁੱਪ ਏ ਦੇ ਵਿੱਚ, ਅਪ੍ਰੈਲ ਦੀ 9 ਜੁਲਾਈ ਗਰੁੱਪ ਬੀ ਸਟੇਟਾਂ ਦੇ ਵਿੱਚ, ਮਈ ਦੀ ਗਰੁੱਪ ਬੀ ਸਟੇਟਾਂ ਦੇ ਵਿੱਚ 15/9 ਤੱਕ, ਜੂਨ ਦੀ 25/9 ਤੱਕ ਗਰੁੱਪ ਬੀ ਸਟੇਟਾਂ ਦੇ ਵਿੱਚ, ਜੁਲਾਈ ਦੀ 29/9 ਤੱਕ ਗਰੁੱਪ ਬੀ ਸਟੇਟਾਂ ਦੇ ਵਿੱਚ। ਅਗਸਤ ਦੀ ਡਿਊ ਡੇਟ ਬਾਰੇ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਇਸ ਦੀ ਡਿਊ ਡੇਟ ਹੀ ਵਧਾ ਦਿੱਤੀ ਗਈ ਹੈ ਤਾਂ ਕਿ ਜੇ ਤੁਸੀਂ ਅਗਸਤ 2020 ਦੀ ਰਿਟਰਨ 22 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਭਰੋਗੇ ਤਾਂ ਸਿਰਫ 4 ਦਿਨਾਂ ਦੀ ਲੇਟ ਫੀਸ ਲੱਗੇਗੀ, ਨਾ ਕਿ 22 ਸਤੰਬਰ ਨੂੰ। ਗਰੁੱਪ ਬੀ ਦੇ ਵਿੱਚ ਇਹ ਸਟੇਟਸ ਆਉਂਦੇ ਹਨ ਤੇ ਗਰੁੱਪ ਬੀ ਦੇ ਵਿੱਚ ਆਹ ਸਟੇਟਸ ਆਉਂਦੇ ਹਨ। ਆਪਣਾ ਪੰਜਾਬ ਗਰੁੱਪ ਬੀ ਸਟੇਟ ਦੇ ਵਿੱਚ ਆਉਂਦਾ ਹੈ। GSTR 1 ਦੀ ਉਂਝ ਤਾਂ ਲੇਟ ਫੀਸ ਪੋਰਟਲ ਦੁਆਰਾ ਆਟੋਮੈਟਿਕਲੀ ਨਹੀਂ ਲਗਾਈ ਜਾਂਦੀ ਹੈ, ਪਰ ਕੱਲ ਨੂੰ ਅਫਸਰ ਸਟੇਟ ਟੈਕਸ ਦਾ ਹੋਵੇ ਚਾਹੇ ਸੈਂਟਰ ਟੈਕਸ ਦਾ ਹੋਵੇ ਉਹ ਤੁਹਾਡੇ ਤੋਂ ਲੇਟ ਫੀਸ ਡਿਮਾਂਡ ਕਰ ਸਕਦਾ ਹੈ ਜਦੋਂ ਤੁਹਾਡੀ ਅਸੈਸਮੈਂਟ ਹੁੰਦੀ ਹੈ। ਫਰਵਰੀ ਇਸ ਦੀ ਵੀ GSTR 1 ਦੀ ਵੀ ਕੋਈ ਵੀ ਡਿਊ ਡੇਟ ਨਹੀਂ ਵਧਾਈ ਗਈ ਹੈ, ਸਿਰਫ ਲੇਟ ਫੀਸ ਮਾਫ ਕੀਤੀ ਗਈ ਹੈ ਇਹਨਾਂ ਡੇਟਾਂ ਦਾ। ਜੇ ਤੁਸੀਂ ਵੱਡੇ ਵਪਾਰੀ ਹੋ ਤਾਂ ਯਾਨੀ ਕਿ ਤੁਹਾਡੀ ਸੇਲ 1.5 ਕਰੋੜ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ GSTR 1 ਮੰਥਲੀ ਬੇਸ ਤੇ ਭਰਨਾ ਹੁੰਦਾ ਹੈ, ਤੇ ਜੇ ਤੁਸੀਂ 1.5 ਕਰੋੜ ਤੋਂ ਘੱਟ ਸੇਲ ਵਾਲੇ ਵਪਾਰੀ ਹੋ ਤਾਂ ਤੁਸੀਂ GSTR 1 ਕੁਆਟਰਲੀ ਵੀ ਭਰ ਸਕਦੇ ਹੋ। ਵੱਡੇ ਵਪਾਰੀਆਂ ਨੂੰ ਮੰਥਲੀ ਭਰਨਾ ਹੁੰਦਾ ਹੈ ਤਾਂ ਉਹਨਾਂ ਦੀ ਫਰਵਰੀ ਦੀ ਡਿਊ ਡੇਟ 11 ਮਾਰਚ ਹੀ ਰੱਖੀ ਗਈ ਹੈ। ਉਸ ਦੀ ਲੇਟ ਫੀਸ ਵੀ ਮਾਫ ਨਹੀਂ ਕੀਤੀ ਗਈ ਹੈ ਕਿਉਂਕਿ ਲੋਕਡਾਊਨ 25 ਮਾਰਚ ਤੋਂ ਲਗਾਇਆ ਗਿਆ ਸੀ। ਮਾਰਚ 2020 ਦੀ 11 ਅਪ੍ਰੈਲ ਡਿਊ ਡੇਟ ਬਣਦੀ ਸੀ, ਪਰ ਜੇ ਤੁਸੀਂ 10 ਜੁਲਾਈ ਤੱਕ ਵੀ ਭਰ ਦੋਗੇ ਤਾਂ ਕੋਈ ਲੇਟ ਫੀਸ ਨਹੀਂ ਲੱਗੂਗੀ। ਅਪ੍ਰੈਲ ਦੀ 24 ਜੁਲਾਈ ਤੱਕ ਕੋਈ ਲੇਟ ਫੀਸ ਨਹੀਂ ਲੱਗੂਗੀ। ਮਈ ਦੀ 28 ਜੁਲਾਈ ਤੱਕ ਕੋਈ ਲੇਟ ਫੀਸ ਨਹੀਂ ਲੱਗੂਗੀ। ਜੂਨ ਦੀ 5 ਅਗਸਤ ਤੱਕ ਕੋਈ ਲੇਟ ਫੀਸ ਨਹੀਂ ਲੱਗੇਗੀ। ਜੁਲਾਈ ਦੀ 11 ਅਗਸਤ ਤੱਕ ਕੋਈ ਲੇਟ ਫੀਸ ਨਹੀਂ ਲੱਗੇਗੀ। ਅਗਸਤ ਦੀ 11 ਸਤੰਬਰ ਤੱਕ ਕੋਈ ਲੇਟ ਫੀਸ ਨਹੀਂ ਲੱਗੇਗੀ। ਜੇ ਤੁਸੀਂ ਗੌਰ ਕਰੋ ਤਾਂ ਜੂਨ ਤੋਂ ਬਾਅਦ ਜੁਲਾਈ ਤੇ ਅਗਸਤ ਦੀ ਕੋਈ ਵੀ ਡੇਟ ਓਰੀਜਨਲ ਡਿਊ ਡੇਟ ਵੀ ਸੇਮ ਹੈ, ਐਕਸਟੈਂਡਡ ਡਿਊ ਡੇਟ ਵੀ ਸੇਮ ਹੈ ਤੇ ਲੇਟ ਫੀਸ ਵੀ ਤੁਹਾਨੂੰ ਇਹੀ ਡੇਟਾਂ ਤੱਕ ਹੀ ਨਹੀਂ ਲੱਗੇਗੀ। ਇਸ ਤੋਂ ਬਾਅਦ ਤੁਹਾਨੂੰ ਨਾਰਮਲੀ ਕੰਪਲਾਈਂਸ ਕਰਨਾ ਪਵੇਗਾ। ਜਨਵਰੀ ਤੋਂ ਮਾਰਚ ਦੇ ਵਿੱਚ ਜਿਹਨਾਂ ਟੈਕਸ ਪੇਅਰਾਂ ਨੇ ਕੁਆਟਰਲੀ GSTR ਨੂੰ ਭਰਨੀ ਸੀ ਉਹਨਾਂ ਨੇ 30/4 ਤੱਕ ਭਰਨੀ ਸੀ, ਪਰ ਜੇ ਉਹ 17 ਜੁਲਾਈ ਤੱਕ ਵੀ ਭਰ ਦੇਣਗੇ ਤਾਂ ਕੋਈ ਲੇਟ ਫੀਸ ਨਹੀਂ ਚਾਰਜ ਕੀਤੀ ਜਾਊਗੀ। ਅਪ੍ਰੈਲ ਤੋਂ ਜੂਨ ਦੀ ਤਿਮਾਹੀ ਦੀ ਜੇ GSTR 1 31 ਜੁਲਾਈ ਦੀ ਬਜਾਏ 3 ਅਗਸਤ ਤੱਕ ਵੀ ਭਰ ਦੋਗੇ ਤਾਂ ਕੋਈ GSTR 1 ਦੀ ਲੇਟ ਫੀਸ ਨਹੀਂ ਲੱਗੇਗੀ। ਇੱਥੇ ਇੱਕ ਚੀਜ਼ ਜੋ ਮੈंने ਧਿਆਨ ਚਾਹੀ ਉਹ ਇਹ ਹੈ ਕਿ ਜੂਨ 2020 ਦੀ ਵੱਡੇ ਵਪਾਰੀਆਂ ਨੇ ਜੋ GSTR 1 ਦੀ ਡੇਟ ਫੀਸ ਹੈ ਉਹ 5 ਅਗਸਤ ਤੋਂ ਬਾਅਦ ਲੱਗਣੀ ਸ਼ੁਰੂ ਹੋਵੇਗੀ, ਹਾਲਾਂਕਿ ਜੋ ਛੋਟੇ ਵਪਾਰੀ ਹੈ ਉਹਨਾਂ ਨੂੰ ਗਵਰਨਮੈਂਟ ਨੇ ਸਿਰਫ 3 ਅਗਸਤ ਤੱਕ ਹੀ ਲੇਟ ਫੀਸ ਤੋਂ ਮਾਫ ਕੀਤਾ ਹੈ। ਇਹ ਡਿਸਕਸ਼ਨ ਆਪਾਂ ਆਲਰੇਡੀ ਕਰ ਚੁੱਕੇ ਕਿ ਜੇ ਤੁਸੀਂ ਇਹਨਾਂ ਡੇਟਾ ਤੱਕ ਰਿਟਰਨ ਨਹੀਂ ਭਰੋਗੇ ਤਾਂ ਜੋ ਡੇਟ ਫੀਸ ਹੈ ਉਹ ਤੁਹਾਨੂੰ ਬੈਕ ਡੇਟ ਤੋਂ ਹੀ ਲੱਗੇਗੀ, ਓਰੀਜਨਲ ਡਿਊ ਡੇਟ ਤੋਂ ਹੀ ਲੱਗੇਗੀ। ਗਵਰਨਮੈਂਟ ਨੇ ਇੱਕ ਮੌਕਾ ਉਹਨਾਂ ਵਪਾਰੀਆਂ ਨੂੰ ਹੋਰ ਦਿੱਤਾ ਹੈ ਜਿਹੜੇ ਵਪਾਰੀ ਆਪਣੀ GST ਦੀ ਰਿਟਰਨ ਟਾਈਮ ਤੇ ਨਹੀਂ ਭਰਦੇ ਹਨ। ਜੇ ਉਹ ਵਪਾਰੀ ਜੁਲਾਈ 2017 ਤੋਂ ਲੈ ਕੇ ਜਨਵਰੀ 2020 ਤੱਕ ਦੀ ਕੋਈ ਵੀ GST ਰਿਟਰਨ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਭਰਨਗੇ ਤਾਂ ਉਹਨਾਂ ਤੇ ਕੋਈ ਵੀ ਲੇਟ ਫੀਸ ਨਹੀਂ ਲੱਗੇਗੀ। ਪਰ ਇੱਕ ਚੀਜ਼ ਧਿਆਨ 'ਚ ਰੱਖਣੀ ਹੋਵੇਗੀ ਕਿ ਤੁਹਾਡੀ ਉਹਨਾਂ ਪੀਰੀਅਡ ਦੇ ਵਿੱਚ ਕੋਈ ਵੀ ਟੈਕਸ ਭਰਨ ਵਾਲਾ ਨਾ ਹੋਵੇ। ਜੇ ਤੁਹਾਡਾ ਉਹਨਾਂ ਪੀਰੀਅਡ ਦੇ ਵਿੱਚ ਕੋਈ ਟੈਕਸ ਭਰਨਾ ਬਣਦਾ ਹੈ ਤਾਂ ਤੁਹਾਡੀ ਲੇਟ ਫੀਸ 500 ਰੁਪਏ ਪਰ ਰਿਟਰਨ ਲੱਗੇਗੀ। ਇੱਕ ਚੀਜ਼ ਹੋਰ ਤੁਹਾਨੂੰ ਧਿਆਨ 'ਚ ਰੱਖਣੀ ਪਵੇਗੀ ਕਿਉਂਕਿ 17-18 ਦਾ ਜਿਹੜਾ ITC ਸੀ ਉਹ ਆਪਾਂ 31 ਮਾਰਚ 2019 ਤੱਕ ਹੀ ਲੈ ਸਕਦੇ ਸੀ ਤੇ 18-19 ਦਾ ਜਿਹੜਾ ITC ਸੀ ਉਹ 20 ਅਕਤੂਬਰ 2019 ਤੱਕ ਹੀ ਲੈ ਸਕਦੇ ਸੀ, ਤਾਂ ਕਿ ਉਹ ਡੇਟਾ ਹੁਣ ਲੰਘ ਚੁੱਕੀਆਂ ਨੇ। ਤਾਂ ਜੇ ਹੁਣ ਤੁਸੀਂ ਰਿਟਰਨ ਫਾਈਲ ਕਰੋਗੇ ਤਾਂ ਤੁਹਾਨੂੰ ਇਨਪੁਟ ਟੈਕਸ ਕਿਸੇ ਵੀ ਤਰੀਕੇ ਦਾ ਨਹੀਂ ਦਿੱਤਾ ਜਾਏਗਾ। ਜੀ ਹਾਂ, ਜੇ ਤੁਸੀਂ ਹੁਣ GST ਰਿਟਰਨਾਂ ਭਰੋਗੇ 17-18 ਤੇ 18-19 ਦੀਆਂ ਤਾਂ ਤੁਸੀਂ ਕਿਸੇ ਵੀ ਤਰੀਕੇ ਦਾ ਕੋਈ ITC ਨਹੀਂ ਲਓਗੇ। ਜੇ ਤੁਸੀਂ ਲੈ ਕੇ ਰਿਟਰਨ ਭਰ ਦੋਗੇ ਤਾਂ ਤੁਹਾਨੂੰ 101% ਗਵਰਨਮੈਂਟ ਵੱਲੋਂ ਨੋਟਿਸ ਆਏਗਾ ਕਿ ਤੁਸੀਂ ਇਸ ITC ਨੂੰ ਵਿਆਜ ਸਣੇ ਰਿਵਰਸ ਕਰੋ। ਇੱਕ ਚੀਜ਼ ਇਸ ਵਿੱਚ ਹੋਰ ਦੇਖਣ ਵਾਲੀ ਹੋਵੇਗੀ, ਜੇ ਇਹ ਬੰਦਾ ਜੁਲਾਈ 2017 ਤੋਂ ਲੈ ਕੇ ਜਨਵਰੀ 2020 ਦੀ ਰਿਟਰਨਾਂ ਵਾਸਤੇ 1 ਜੁਲਾਈ ਤੋਂ ਵੇਟ ਕਰਦਾ ਹੈ ਤਾਂ ਉਸ ਦੀ ਫਰਵਰੀ ਦੀ ਡਿਊ ਡੇਟ, ਫਰਵਰੀ ਦੀ ਲੇਟ ਫੀਸ ਜੋ ਉਸ ਨੂੰ 30 ਜੂਨ ਤੱਕ ਹੀ ਮਾਫ ਕੀਤੀ ਹੋਈ ਸੀ ਉਹ ਉਸ ਨੂੰ 23 ਮਾਰਚ ਤੋਂ ਲੈ ਕੇ ਜਾਂ 25 ਮਾਰਚ ਤੋਂ ਲੈ ਕੇ ਬੈਕ ਡੇਟ ਤੋਂ ਹੀ ਭਰਨੀ ਪਵੇਗੀ। ਫਰਵਰੀ 2020 ਦੀ ਰਿਟਰਨ ਦੀ ਉਸ ਨੂੰ ਲੇਟ ਫੀਸ ਕਾਫੀ ਪੈ ਜਾਵੇਗੀ। ਹੁਣ ਗੱਲ ਕਰਦੇ ਹਾਂ ਉਹਨਾਂ ਵਪਾਰੀਆਂ ਦੀ ਜਿਨ੍ਹਾਂ ਨੇ ਕੰਪੋਜੀਸ਼ਨ ਸਕੀਮ ਓਪਟ ਕੀਤੀ ਹੋਈ ਹੈ। 2018-19 ਤੱਕ ਕੰਪੋਜੀਸ਼ਨ ਸਕੀਮ ਵਾਲਿਆਂ ਨੂੰ ਕੁਆਟਰਲੀ GSTR 4 ਫਾਈਲ ਕਰਨੀ ਪੈਂਦੀ ਸੀ, ਜਿਸ ਦੇ ਵਿੱਚ ਸਭ ਤੋਂ ਵੱਧ ਕੁਐਸਚਨ ਇਹੀ ਪੁੱਛਿਆ ਜਾਂਦਾ ਸੀ ਕਿ ਪਰਚੇਸ ਦੀ ਡਿਟੇਲ ਇਸ GSTR 4 ਦੇ ਵਿੱਚ ਦੇਣੀ ਹੈ ਜਾਂ ਨਹੀਂ ਦੇਣੀ ਹੈ। ਗਵਰਨਮੈਂਟ ਮੰਗਦੀ ਸੀ, ਕੁਝ ਲੋਕ ਤਾਂ ਪਰਚੇਸ ਦੀ ਡਿਟੇਲ ਮੈਨੂਅਲੀ ਵੀ ਐਂਟਰ ਕਰਕੇ ਭਰਦੇ ਰਹੇ ਹਨ, ਪਰ ਗਵਰਨਮੈਂਟ ਨੇ ਇਹ ਸਿਸਟਮ ਬਣਾਇਆ ਸੀ ਕਿ GSTR 4 ਦੇ ਵਿੱਚ ਜੋ ਪਰਚੇਸ ਹੈ ਉਹ ਆਟੋਮੈਟਿਕਲੀ ਸਪਲਾਇਰ ਦੇ GSTR 1 ਦੇ ਬੇਸ ਤੇ ਆਏਗੀ। ਤਾਂ ਉਹ ਸਿਸਟਮ ਗਵਰਨਮੈਂਟ ਦਾ ਬੁਰੀ ਤਰੀਕੇ ਨਾਲ ਫੇਲ ਹੋ ਗਿਆ, ਤਾਂ ਕਰਕੇ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਦੇ ਦੁਆਰਾ ਇਹ ਕਲੈਰੀਫਾਈ ਕਰ ਦਿੱਤਾ ਸੀ ਕਿ GSTR 4 ਦੇ ਵਿੱਚ ਸਿਰਫ ਸੇਲ ਦੀ ਫਿਗਰ ਭਰ ਕੇ ਤੁਸੀਂ ਆਪਣੀ ਰਿਟਰਨ ਭਰ ਦਿਓ। ਇਸ ਤੋਂ ਇਲਾਵਾ ਤੁਹਾਨੂੰ ਕਿਸੇ ਵੀ ਤਰੀਕੇ ਦੀ ਪਰਚੇਸ ਦੀ ਡਿਟੇਲ GSTR 4 ਦੇ ਵਿੱਚ ਦੇਣੀ ਰਿਕੁਆਇਰਡ ਨਹੀਂ ਸੀ।
ਹਮੇਸ਼ਾ ਹੀ ਇਹ ਕੁਐਸਚਨ ਆਉਂਦਾ ਸੀ ਕਿ ਪਰਚੇਜ਼ ਦੀ ਡਿਟੇਲ ਦੇਣੀ ਹੈ ਨਹੀਂ ਦੇਣੀ ਹੈ, ਤਾਂ ਕੁਝ ਲੋਕ ਤਾਂ ਜੋ 18-19 ਤੱਕ ਦੀਆਂ ਉਹਨਾਂ ਨੇ ਮਾਰਚ ਤੱਕ ਦੀ ਰਿਟਰਨਾਂ ਭਰੀਆਂ ਹਨ, ਪਰਚੇਜ਼ ਦੀ ਡਿਟੇਲ ਭਰਦੇ ਵੀ ਰਹੇ ਹਨ। ਇਸ ਕਰਕੇ ਗਵਰਨਮੈਂਟ ਨੇ 19-20 ਦੇ ਵਿੱਚ GSTR 4 ਦੀ ਜਗ੍ਹਾ ਤੇ ਇੱਕ ਨਵਾਂ ਫਾਰਮ ਲਾਂਚ ਕੀਤਾ CMP 08, ਜਿਹਦੇ ਵਿੱਚ ਤੁਹਾਡੇ ਤੋਂ ਸਿਰਫ ਇਨਵਰਟ ਸਪਲਾਈ ਉਹ ਵਾਲੀ ਸਭ ਪਰਚੇਜ਼ ਮੰਗੀ ਜਾਂਦੀ ਹੈ ਜਿੱਥੇ ਤੁਹਾਨੂੰ ਰਿਵਰਸ ਚਾਰਜ ਦੇਣਾ ਹੋਵੇ, ਜਿਵੇਂ ਕਿ ਫਰੇਟ ਜਾਂ ਐਡਵੋਕੇਟ ਦੀ ਕੋਈ ਫੀਸ, ਸਿਰਫ ਉਹਦੀ ਡਿਟੇਲ ਤੁਹਾਨੂੰ CMP 08 ਦੇ ਵਿੱਚ ਦੇਣੀ ਪੈਂਦੀ ਹੈ, ਪੂਰੀ ਪਰਚੇਜ਼ ਦੀ ਡਿਟੇਲ CMP 08 ਦੇ ਵਿੱਚ ਨਹੀਂ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਗਵਰਨਮੈਂਟ ਨੇ ਕਿਹਾ ਸੀ ਕਿ ਜੋ GSTR 4 ਹੈ ਉਹ ਕੁਆਟਰਲੀ ਦੀ ਜਗ੍ਹਾ ਤੇ ਤੁਹਾਡੇ ਤੋਂ ਸਾਲ ਦੀ ਇਕੱਠੀ ਭਰਾਈ ਜਾਏਗੀ, ਯਾਨੀ ਕਿ 19-20 ਦੀ GSTR 4 ਕੁਆਟਰਲੀ ਬੇਸ ਦੀ ਬਜਾਏ ਇਕੱਠੀ ਭਰਾਵਾਂਗੇ ਸਾਲ ਦੀ, ਜਿਹਦੀ ਡਿਊ ਡੇਟ ਉਹਨਾਂ ਨੇ 30/4 ਨੋਟੀਫਾਈ ਕੀਤੀ ਸੀ, ਜਿਹਦੇ ਵਿੱਚ ਪਰਚੇਜ਼ ਉਹਨਾਂ ਨੂੰ ਐਕਸਪੈਕਟਡ ਸੀਗਾ ਕਿ ਆਟੋਮੈਟਿਕ ਇਫੈਕਟ ਕਰੇਗੀ GSTR 1 ਦੇ ਬੇਸ ਤੇ। ਇਸ ਡੇਟ ਨੂੰ ਵਧਾ ਕੇ ਗਵਰਨਮੈਂਟ ਨੇ ਕੋਰੋਨਾ ਵਾਇਰਸ ਕਰਕੇ 15 ਜੁਲਾਈ ਕਰ ਦਿੱਤਾ ਸੀ। ਜੀ ਹਾਂ, ਲੇਟ ਫੀਸ ਨਹੀਂ ਮਾਫ ਕੀਤੀ, ਡੇਟ ਹੀ ਵਧਾਈ ਹੈ, 30/4 ਦੀ ਜਗ੍ਹਾ ਤੇ 15 ਜੁਲਾਈ ਕਰ ਦਿੱਤੀ ਗਈ ਹੈ। ਪਰ ਅੱਜ ਇਹ ਵੀਡੀਓ ਮੈਂ 29 ਜੂਨ ਨੂੰ ਰਿਕਾਰਡ ਕਰ ਰਿਹਾ ਤੇ ਹਲੇ ਤੱਕ ਇਹ ਫਾਰਮ ਪੋਰਟਲ ਤੇ ਲਾਈਵ ਨਹੀਂ ਹੋਇਆ ਹੈ। ਜੀ ਹਾਂ, ਪੋਰਟਲ ਤੇ ਲਾਈਵ ਨਹੀਂ ਹੋਇਆ ਹੈ। ਤਾਂ ਮੈਨੂੰ ਪੂਰੀ ਉਮੀਦ ਹੈ ਕਿ GSTR 4 ਦੀ ਡੇਟ 15 ਜੁਲਾਈ ਤੋਂ ਵੀ ਵਧੇਗੀ, ਜਾਂ ਫਿਰ ਜੇ 15 ਜੁਲਾਈ ਤੋਂ ਨਹੀਂ ਵੱਧਦੀ ਹੈ ਤਾਂ ਇਸ ਨੂੰ ਮੈਨੂੰ ਲੱਗਦਾ ਪੂਰੀ ਤਰੀਕੇ ਨਾਲ ਹੀ ਖਤਮ ਕਰ ਦਿੱਤਾ ਜਾਏਗਾ 19-20 ਵਾਸਤੇ। ਇਸ ਤੋਂ ਇਲਾਵਾ ਜੋ ਕੁਆਟਰਲੀ CMP 08 ਤੁਹਾਨੇ ਭਰਨੀ ਹੁੰਦੀ ਸੀ ਜਨਵਰੀ ਤੋਂ ਮਾਰਚ ਦੀ 18 ਅਪ੍ਰੈਲ ਤੱਕ ਭਰਨੀ ਹੁੰਦੀ ਸੀ, ਕਿਉਂਕਿ ਦੇਸ਼ ਦੇ ਵਿੱਚ ਲੋਕਡਾਊਨ ਲੱਗਿਆ ਹੋਇਆ ਸੀ, ਤਾਂ ਇਸ ਨੂੰ ਵਧਾ ਕੇ 18 ਅਪ੍ਰੈਲ ਦੀ ਬਜਾਏ 7 ਜੁਲਾਈ ਕਰ ਦਿੱਤੀ ਗਈ ਸੀ। ਅਪ੍ਰੈਲ ਤੋਂ ਜੂਨ ਦੀ CMP 08 ਤੁਹਾਨੇ 18 ਜੁਲਾਈ ਤੱਕ ਹੀ ਭਰਨੀ ਸੀ, ਉਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਕੰਪੋਜੀਸ਼ਨ ਟੈਕਸ ਪੇਅਰ ਵਾਸਤੇ ਇੱਕ ਅਪਡੇਟ ਹੋਰ ਹੈ ਕਿ ਜੇ ਤੁਸੀਂ ਰੈਗੂਲਰ ਟੈਕਸ ਪੇਅਰ ਹੋ ਤੇ ਤੁਸੀਂ ਕੰਪੋਜੀਸ਼ਨ ਸਕੀਮ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ CMP 02 ਫਾਰਮ ਭਰ ਕੇ 30 ਜੂਨ ਤੱਕ ਹੀ ਇਸ ਨੂੰ ਆਪਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਤੁਹਾਡੇ ਕੋਲ ਸਟਾਕ ਪਿਆ ਹੈ ਉਸ ਦਾ ਜੋ ਤੁਹਾਨੂੰ ਇਨਪੁਟ ਰਿਵਰਸ ਕਰਨਾ ਹੁੰਦਾ ਹੈ ਉਸ ਦੇ ਵਾਸਤੇ ITC 03 ਫਾਰਮ ਭਰਨਾ ਹੁੰਦਾ ਹੈ, ਇਸ ਨੂੰ ਵੀ ਤੁਸੀਂ 31 ਜੁਲਾਈ ਤੱਕ ਭਰ ਸਕਦੇ ਹੋ। ਤਾਂ ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਮੈਂ ਤੁਹਾਡੇ ਕੁਝ ਡਾਊਟ ਸੋਲਵ ਕੀਤੇ ਹੋਣਗੇ, ਤੇ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ, ਤੇ ਇਹ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸ਼ੇਅਰ ਕਰੋ। ਇਹ ਸਾਨੇ ਜੋ ਚਾਰਟ ਬਣਾਇਆ ਹੋਇਆ ਹੈ ਇਸ ਨੂੰ ਅਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੇਵਾਂਗੇ ਤਾਂ ਕਿ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਆਪਣੀ ਸਾਰੀ GST ਰਿਟਰਨਾਂ ਟਾਈਮਲੀ ਭਰ ਸਕੋ। ਧੰਨਵਾਦ, ਫਿਰ ਮਿਲਾਂਗੇ ਅਗਲੇ ਵੀਡੀਓ